इस वीडियो ਦੇ ਵਿੱਚ ਆਪਾਂ ਰਾਸ ਲੀਲਾ ਕਹਾਣੀ ਦਾ ਸਾਰ ਪੜਾਂਗੇ। ਰਾਸ ਲੀਲਾ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਇਸ ਵਿੱਚ ਕਹਾਣੀਕਾਰ ਨੇ ਮਨੁੱਖੀ ਮਨ ਦੇ ਅੰਦਰ ਬਚਪਨ ਤੋਂ ਪ੍ਰਫੁੱਲਿਤ ਹੋਣ ਵਾਲੇ ਕਾਮ ਰੁਚੀ ਤੇ ਉਸ ਦੇ ਅਸੰਤੁਸ਼ਟ ਰਹਿਣ ਦੀ ਸੂਰਤ ਵਿੱਚ ਇਸ ਦੇ ਧਾਰਮਿਕ ਭਾਵ ਵਿੱਚ ਰੰਗੇ ਜਾਣ ਨੂੰ ਪੇਸ਼ ਕੀਤਾ ਹੈ। ਉਦੋਂ ਕਹਾਣੀਕਾਰ ਦੀ ਉਮਰ 9-10 ਸਾਲਾਂ ਦੀ ਸੀ। ਉਹ ਇੱਕ ਖੁੱਲ੍ਹੀ ਕੋਠੀ ਵਿੱਚ ਰਹਿੰਦੇ ਸਨ। ਉਸਦੇ ਇੱਕ ਹਿੱਸੇ ਵਿੱਚ ਇੱਕ 60-65 ਸਾਲਾਂ ਦਾ ਹਿੰਦੂ ਵਪਾਰੀ ਰਹਿੰਦਾ ਸੀ, ਜਿਸ ਨੇ ਪੈਸੇ ਦੇ ਕੇ ਨਵਾਂ ਵਿਆਹ ਕਰਾਇਆ ਸੀ। ਕਹਾਣੀਕਾਰ ਉਸਨੂੰ ਬਾਬਾ ਸੱਦਦਾ ਹੁੰਦਾ ਸੀ। ਇੱਕ ਦਿਨ ਕਹਾਣੀਕਾਰ ਜਦੋਂ ਸਕੂਲੋਂ ਪਰਤ ਕੇ ਉਸਦੇ ਕੋਲ ਗਿਆ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਚਾਚਾ ਕਿਹਾ ਕਰੇ। ਘਰ ਆ ਕੇ ਕਹਾਣੀਕਾਰ ਨੇ ਆਪਣੀ ਝਾਈ ਤੋਂ ਦੁੱਧ ਦਾ ਗਿਲਾਸ ਪੀਤਾ ਤੇ ਉਸਨੇ ਕਿਹਾ ਕਿ ਉਹ ਉਸ ਲਈ ਨਿੱਕੀ ਜਿਹੀ ਪਰੌਂਠੀ ਲਾਉਂਦੀ ਹੈ। ਇੰਨੇ ਨੂੰ ਉਹ ਚਾਚੇ ਦੀ ਨੌਕਰਾਣੀ ਤੇ ਬੁਲਾਉਣ ਤੇ ਮੁੜ ਉਸਦੇ ਘਰ ਪੁੱਜਾ। ਚਾਚਾ ਉਸਨੂੰ ਕੁੱਛੜ ਚੁੱਕੀ ਆਪਣੀ ਪਤਨੀ ਕੋਲ ਲੈ ਗਿਆ, ਜੋ ਕਿ ਆਦਮਕਦ ਸ਼ੀਸ਼ੇ ਅੱਗੇ ਆਪਣੇ ਵਾਲ ਸੰਵਾਰ ਰਹੀ ਸੀ। ਉਸਦੇ ਵਾਲ ਲੰਮੇ, ਕਾਲੇ ਤੇ ਭਾਰੇ ਸਨ। ਉਹ ਪਤਲੀ, ਮਲੂਕ ਤੇ ਕਣਕ ਪੀਨੇ ਰੰਗ ਵਾਲੀ ਸੀ। ਚਾਚੇ ਨੇ ਕਹਾਣੀਕਾਰ ਨੂੰ ਦੱਸਿਆ ਕਿ ਇਹ ਉਸਦੀ ਚਾਚੀ ਹੈ। ਕਹਾਣੀਕਾਰ ਜਦੋਂ ਉਸਨੂੰ ਮੱਥਾ ਟੇਕਣ ਲੱਗਾ ਤਾਂ ਉਸਨੇ ਪੈਰ ਪਿੱਛੇ ਖਿੱਚ ਲਏ। ਕਹਾਣੀਕਾਰ ਦੀਆਂ ਬਾਹਾਂ ਜੋ ਮਸਾਂ ਉਸਦੀ ਕਮਰ ਤੱਕ ਪੁੱਜੀਆਂ, ਉਸਦੇ ਦੁਆਲੇ ਪਿਆਰ ਨਾਲ ਕੱਸੀਆਂ ਗਈਆਂ। ਉਸਦਾ ਨਾਂ ਰਾਮ ਪਿਆਰੀ ਸੀ। ਚਾਚੇ ਨੇ ਉਸਨੂੰ ਕਹਾਣੀਕਾਰ ਨਾਲ ਆਪਣੇ ਪਿਆਰ ਬਾਰੇ ਦੱਸਿਆ। ਚਾਚੀ ਦੇ ਪੁੱਛਣ ਉੱਤੇ ਕਹਾਣੀਕਾਰ ਨੇ ਉਸਨੂੰ ਆਪਣਾ ਨਾਂ ਦੱਸਿਆ ਤਾਂ ਉਸਨੇ ਗੈਰ ਪੰਜਾਬੀਆਂ ਵਾਂਗ ਦੁਹਰਾਇਆ, ਕ੍ਰਿਸ਼ਨ ਚੰਦਰ। ਉਸਦੇ ਦਿੱਤੇ ਮਲਾਈ ਦੇ ਚੌਲ ਖਾਣ ਮਗਰੋਂ ਕਹਾਣੀਕਾਰ ਘਰ ਜਾ ਕੇ ਪਰੌਂਠੀ ਖਾਣ ਦਾ ਚੇਤਾ ਵੀ ਭੁੱਲ ਬੈਠਾ। ਤੀਸਰੇ ਦਿਨ ਸਕੂਲੋਂ ਆਉਂਦਿਆਂ ਕਹਾਣੀਕਾਰ ਚਾਚੀ ਕੋਲ ਪੁੱਜਾ। ਚਾਚਾ ਘਰ ਨਹੀਂ ਸੀ। ਚਾਚੀ ਆਪਣੇ ਵਾਲ ਸੰਵਾਰ ਰਹੀ ਸੀ। ਉਸਨੇ ਕਹਾਣੀਕਾਰ ਨੂੰ ਦੇਖ ਕੇ ਆਪਣੀਆਂ ਬਾਹਾਂ ਖਿਲਾਰ ਦਿੱਤੀਆਂ। ਕਹਾਣੀਕਾਰ ਪਿੱਛੇ ਖਲੋਤਾ ਉਸਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ। ਚਾਚੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਕਹਾਣੀਕਾਰ ਬਾਹਾਂ ਪਸਾਰ ਕੇ ਜਿਉਂ ਹੀ ਅੱਗੇ ਵਧਿਆ ਤਾਂ ਉਸਨੇ ਗੋਡਿਆਂ ਭਾਰ ਹੋ ਕੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਦਿਨ ਕਹਾਣੀਕਾਰ ਨੂੰ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਹੋਇਆ ਅਤੇ ਉਸਦੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਛਿੜ ਗਈ। ਚਾਚੀ ਨੇ ਕਈ ਚਿਰ ਆਪਣੀ ਗੱਲ ਕਹਾਣੀਕਾਰ ਦੀ ਗੱਲ ਨਾਲ ਲਾ ਰੱਖੀ। ਉਸਦੇ ਅੱਥਰੂ ਵਹਿ ਰਹੇ ਸਨ। ਕਹਾਣੀਕਾਰ ਨੇ ਦੇਖਿਆ ਕਿ ਉਸਦੇ ਬੁੱਲ੍ਹ ਕੰਬ ਰਹੇ ਸਨ ਤੇ ਅੱਖਾਂ ਮਿਟੀਆਂ ਹੋਈਆਂ ਸਨ। ਜਦੋਂ ਕਹਾਣੀਕਾਰ ਨੇ ਉਸਨੂੰ ਚਾਚੀ ਕਹਿ ਕੇ ਬੁਲਾਇਆ ਤਾਂ ਉਸਨੇ ਕਿਹਾ ਕਿ ਉਸਨੂੰ ਰਾਧਾ ਕਹਿ ਕੇ ਬੁਲਾਇਆ ਕਰੇ। ਕਹਾਣੀਕਾਰ ਨੂੰ ਪਤਾ ਲੱਗਾ ਕਿ ਚਾਚਾ ਮੱਸਿਆ ਤੋਂ ਸਿਵਾ ਇਸ ਵੇਲੇ ਕਦੇ ਵਿਹਲਾ ਨਹੀਂ ਹੁੰਦਾ। ਚਾਚੀ ਨੇ ਇਹ ਵੀ ਦੱਸਿਆ ਕਿ ਉਸਨੇ ਨੌਕਰਾਣੀ ਨੂੰ ਕੱਢ ਦਿੱਤਾ ਹੈ। ਅਚਾਨਕ ਰਾਧਾ ਨੇ ਕਹਾਣੀਕਾਰ, ਜਿਸ ਨੂੰ ਉਹ ਕ੍ਰਿਸ਼ਨ ਚੰਦਰ ਕਹਿ ਕੇ ਬੁਲਾਉਂਦੀ ਸੀ, ਦਾ ਬਸਤਾ ਮੋਢੇ ਤੋਂ ਲਾ ਦਿੱਤਾ ਤੇ ਨਾਲ ਹੀ ਉਸਦਾ ਕੋਟ ਤੇ ਬੂਟ ਵੀ ਉਤਾਰ ਦਿੱਤੇ। ਉਸਨੇ ਉਸਦੀ ਸੱਜੀ ਲੱਤ ਨੂੰ ਅੱਗੇ ਕਰਕੇ ਗੋਡੇ ਤੋਂ ਝੁਕਾ ਦਿੱਤਾ ਤੇ ਪੱਬ ਪੰਨੇ ਖੜਾ ਕਰ ਦਿੱਤਾ। ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ। ਫਿਰ ਉਸਨੇ ਕਿੱਲੇ ਤੋਂ ਇੱਕ ਸੋਟੀ ਲਾ ਕੇ ਲੰਮੇ ਦਾ ਉਸਦੇ ਹੱਥ ਵਿੱਚ ਫੜਾ ਕੇ ਇੱਕ ਪਾਸਿਓਂ ਉਸਦੇ ਬੁੱਲ੍ਹਾਂ ਨਾਲ ਲਾ ਦਿੱਤੀ। ਫਿਰ ਉਸਨੇ ਰੇਸ਼ਮ ਦੇ ਇੱਕ ਗੁਲਾਬੀ ਫਿੱਤੇ ਨਾਲ ਉਸਦੇ ਖੱਬੇ ਕੰਨ ਕੋਲ ਵਾਲਾਂ ਵਿੱਚ ਇੱਕ ਫੁੱਲ ਬਣਾ ਦਿੱਤਾ। ਫਿਰ ਉਸਨੇ ਸਾਹਮਣੇ ਲੱਗੀ ਕ੍ਰਿਸ਼ਨ ਦੀ ਤਸਵੀਰ ਨੂੰ ਦੇਖ ਕੇ ਉਸਦੇ ਲੱਕ ਦੁਆਲੇ ਇੱਕ ਪੀਲੀ ਧੋਤੀ ਬੰਨ੍ਹ ਦਿੱਤੀ। ਇਸ ਪਿੱਛੋਂ ਉਹ ਬੜੀ ਪ੍ਰਸੰਨ ਜਾਪੀ। ਫਿਰ ਉਸਨੇ ਕਹਾਣੀਕਾਰ ਤੋਂ ਸੋਟੀ ਖੋਹ ਕੇ ਪਰੇ ਵਗਾ ਮਾਰੀ ਤੇ ਉਸਨੂੰ 5-7 ਭਾਬਾ ਬਿੱਲੀਆਂ ਦੇ ਝੂਟੇ ਦੇ ਕੇ ਖੜਾ ਕਰ ਦਿੱਤਾ ਤੇ ਨਾਲ ਹੀ ਉਸਦੇ ਮੱਥੇ ਤੇ ਵਾਲਾਂ ਨੂੰ ਚੁੰਮਿਆ। ਕਹਾਣੀਕਾਰ ਨੇ ਪਹਿਲੇ ਕੱਪੜੇ ਪਾਉਣ ਮਗਰੋਂ ਉਸਨੂੰ ਚਾਂਦੀ ਦੇ ਗਿਲਾਸ ਵਿੱਚ ਦੁੱਧ ਪੀਣ ਲਈ ਤੇ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਖਾਣ ਲਈ ਦਿੱਤੇ। ਜਦੋਂ ਮੂੰਹ ਹੱਥ ਧੋ ਕੇ ਕਹਾਣੀਕਾਰ ਬਾਹਰ ਨਿਕਲਿਆ ਤਾਂ ਰਾਧਾ ਨੇ ਉਸਨੂੰ ਕਿਹਾ ਕਿ ਉਹ ਕੱਲ੍ਹ ਫੇਰ ਆਵੇ। ਉਹ ਉਸਨੂੰ ਬੜਾ ਸੋਹਣਾ ਨਾਚ ਕੇ ਦਿਖਾਵੇਗੀ। ਘਰ ਪੁੱਜਣ ਤੇ ਕਹਾਣੀਕਾਰ ਦੀ ਮਾਂ ਉਸਨੂੰ ਉਡੀਕ ਰਹੀ ਸੀ। ਉਸਨੇ ਉਸਦੇ ਦੇਰ ਨਾਲ ਘਰ ਪੁੱਜਣ ਦਾ ਕਾਰਨ ਪੁੱਛਿਆ ਤਾਂ ਉਸਨੇ ਪਹਿਲੀ ਵਾਰ ਝੂਠ ਬੋਲਦਿਆਂ ਉੱਤਰ ਦਿੱਤਾ। ਉਹ ਅਭਿਨੇਂਦਰ ਦੇ ਘਰ ਸੀ। ਉਸ ਨਵਾਂ ਮਸ਼ੀਨੀ ਲਾਟੂ ਆਂਦੇ ਝਾਈ। ਦੂਸਰੇ ਦਿਨ ਕਹਾਣੀਕਾਰ ਦਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ। ਉਹ ਰਸਤੇ ਵਿੱਚ ਬਿਪਨ ਨਾਲ ਖੇਡਣ ਲਈ ਵੀ ਤਿਆਰ ਨਾ ਹੋਇਆ। ਉਸਨੇ ਘਰ ਵਿੱਚ ਦੁੱਧ ਨਾ ਪੀਣ ਲਈ ਬਹਾਨਾ ਬਣਾਇਆ ਤੇ ਅਭਿਨੇਂਦਰ ਦੇ ਘਰ ਖੇਡਣ ਦਾ ਬਹਾਨਾ ਬਣਾ ਕੇ ਰਾਧਾ ਦੇ ਘਰ ਜਾ ਵੜਿਆ। ਰਾਧਾ ਸ਼ਿੰਗਾਰ ਤੇ ਪੋਸ਼ਾਕ ਨਾਲ ਸੱਜੀ ਫੱਬੀ ਉਸਦੀ ਉਡੀਕ ਕਰ ਰਹੀ ਸੀ। ਕਹਾਣੀਕਾਰ ਨੂੰ ਅਤਿਅੰਤ ਸੋਹਣੀ ਪ੍ਰਤੀਤ ਹੋਈ। ਉਸਨੇ ਕਹਾਣੀਕਾਰ ਨੂੰ ਅੰਦਰ ਲਿਜਾ ਕੇ ਆਸਣ ਉੱਪਰ ਬਿਠਾਇਆ। ਚਾਂਦੀ ਦੇ ਭਾਂਡਿਆਂ ਵਿੱਚ ਦੁੱਧ, ਮਲਾਈ, ਚੌਲ, ਫੁਲਕੇ, ਸਬਜ਼ੀ, ਮੱਖਣ ਤੇ ਫਲ ਆਦਿ ਪਏ ਸਨ। ਰਾਧਾ ਕਹਾਣੀਕਾਰ ਨੂੰ ਆਪ ਚਮਚਿਆਂ ਤੇ ਬੁਰਕੇ ਨਾਲ ਖਵਾਉਣ ਲੱਗੀ। ਉਹ ਛੇਤੀ ਹੀ ਰੱਜ ਗਿਆ। ਫਿਰ ਉਹ ਇੱਕ ਕਮਰੇ ਵਿੱਚ ਵੜੇ। ਇਹ ਅਗਰਬੱਤੀ ਨਾਲ ਮਹਿਕਿਆ ਪਿਆ ਸੀ। ਸ਼ਿੰਗਾਰ ਟੇਬਲ ਉੱਤੇ ਇੱਕ ਚਾਂਦੀ ਦੀ ਥਾਲੀ ਵਿੱਚ ਸਿਹਰੇ, ਫੁੱਲ ਤੇ ਘਿਓ ਦੇ ਅਣਜੱਗੇ ਦੀਵੇ ਸਨ। ਰਾਧਾ ਨੇ ਵਾਰਡਰੋਬ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਸਾੜੀ ਕੱਢੀ। ਕਿੱਲੀ ਤੋਂ ਉਸਨੇ ਆਪਣੇ ਹੱਥਾਂ ਦਾ ਬਣਾਇਆ ਮੋਰ ਤੇ ਖੰਭਾਂ ਦਾ ਮੁਕਟ ਲਾਇਆ। ਸ਼ਿੰਗਾਰ ਟੇਬਲ ਵਿੱਚੋਂ ਉਸਨੇ ਇੱਕ ਮੁਰਲੀ ਵੀ ਕੱਢ ਲਈ। ਉਸਨੇ 10 ਮਿੰਟਾਂ ਵਿੱਚ ਕਹਾਣੀਕਾਰ ਨੂੰ ਧੋਤੀ, ਮੁਕਟ, ਸਿਹਰੇ ਤੇ ਬੰਸਰੀ ਨਾਲ ਸਜਾ ਦਿੱਤਾ। ਇੱਕ ਸਿਹਰਾ ਸਾਹਮਣੇ ਲੱਗੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਉੱਤੇ ਵੀ ਪਾ ਦਿੱਤਾ। ਥਾਲੀ ਵਿੱਚ 5 ਦੀਵੇ ਜਗਾ ਕੇ ਰਾਧਾ ਉਹਨਾਂ ਨੂੰ ਦੋਹਾਂ ਹੱਥਾਂ ਵਿੱਚ ਲੈ ਕੇ ਕਹਾਣੀਕਾਰ ਦੇ ਸਾਹਮਣੇ ਅੱਖਾਂ ਮੀਟ ਕੇ ਖੜੀ ਹੋ ਗਈ। ਫਿਰ ਉਸਨੇ ਅੱਖਾਂ ਖੋਲ੍ਹੀਆਂ ਤੇ ਥਾਲੀ ਦੇ ਇੱਕ ਕੰਢੇ ਘੋਲੇ ਕੇਸਰ ਤੇ ਚੌਲਾਂ ਦਾ ਆਪਣੀ ਚੀਚੀ ਨਾਲ ਉਸਦੇ ਮੱਥੇ ਉੱਪਰ ਟਿੱਕਾ ਲਾ ਦਿੱਤਾ। ਕਹਾਣੀਕਾਰ ਨੇ ਵੀ ਉਸੇ ਤਰ੍ਹਾਂ ਰਾਧਾ ਦੇ ਮੱਥੇ ਤੇ ਟਿੱਕਾ ਲਾ ਦਿੱਤਾ। ਟਿੱਕਾ ਲਗਾਉਂਦਿਆਂ ਹੀ ਉਹ ਕੰਬ ਉੱਠੀ।
ਉਸਦੇ ਪੈਰਾਂ ਵਿੱਚੋਂ ਘੁੰਗਰੂਆਂ ਦੀ ਆਵਾਜ਼ ਆਉਣ ਲੱਗੀ। ਕਹਾਣੀਕਾਰ ਨੂੰ ਤਿਲਕਦੀ ਤੇ ਸੰਭਲਦੀ ਪ੍ਰਤੀਤ ਹੋ ਰਹੀ ਸੀ। ਉਸਨੇ ਸਮਝ ਲਿਆ ਕਿ ਨਾਚ ਸ਼ੁਰੂ ਹੋ ਚੁੱਕਾ ਹੈ। ਲੱਕ ਝੁਕਾਉਣ ਨਾਲ ਉਸਦੇ ਲੰਮੇ ਵਾਲ ਧਰਤੀ ਨੂੰ ਛੂਹ ਜਾਂਦੇ ਹਨ। ਉਹ ਹਵਾ ਵਿੱਚ ਦੋਹਰੀ ਹੋ ਜਾਂਦੀ ਸੀ। ਉਸਦੀ ਚਾਲ ਲਗਾਤਾਰ ਤੇਜ਼ ਹੋ ਰਹੀ ਸੀ। ਘੁੰਗਰੂ ਆਪਣਾ ਰੰਗ ਬਣ ਰਹੇ ਸਨ। ਜਗਦੀਆਂ ਜੋਤਾਂ ਦਾ ਕਹਾਣੀਕਾਰ ਦੇ ਦੁਆਲੇ ਇੱਕ ਚੱਕਰ ਬਣ ਗਿਆ। ਉਸਨੂੰ ਆਪਣੇ ਦੁਆਲੇ ਕਈ ਰਾਧਾ ਦਿਸਣ ਲੱਗੀਆਂ ਤੇ ਉਸਨੂੰ ਆਪਣੀ ਸ਼ਕਲ ਦੇ ਕਈ ਮੁੰਡੇ ਉਹਨਾਂ ਦੇ ਨਾਲ ਪ੍ਰਤੀਤ ਹੋਏ। ਕਹਾਣੀਕਾਰ ਨੂੰ ਆਪਣੇ ਆਪ ਉੱਪਰ ਆਪਣਾ ਕਾਬੂ ਬਹੁਤ ਘੱਟ ਦਿਖਾਈ ਦੇ ਰਿਹਾ ਸੀ। ਇਸ ਸਮੇਂ ਕਹਾਣੀਕਾਰ ਨੇ ਅਜਿਹੀ ਬੰਸਰੀ ਵਜਾਈ ਜੋ ਉਸਨੇ ਕਦੇ ਕਿਸੇ ਉਸਤਾਦ ਤੋਂ ਵੀ ਨਹੀਂ ਸੀ ਸੁਣੀ, ਜਦਕਿ ਉਸਨੂੰ ਬੰਸਰੀ ਵਜਾਉਣੀ ਅਜੇ ਵੀ ਨਹੀਂ ਆਉਂਦੀ। ਅਖੀਰ ਨਾਚ ਦੀ ਚਾਲ ਕੱਢਦੀ ਗਈ। ਰਾਧਾ ਸ਼ਰਾਬੀਆਂ ਵਾਂਗ ਹੁਲਾਰੇ ਖਾ ਰਹੀ ਸੀ, ਪਰ ਉਹ ਆਪਣੇ ਹੱਥੋਂ ਦੀਵਿਆਂ ਵਾਲੀ ਥਾਲੀ ਨਹੀਂ ਸੀ ਡਿੱਗਣ ਦਿੰਦੀ। ਕਹਾਣੀਕਾਰ ਦੁਆਰਾ ਉਸਦੇ ਹੱਥੋਂ ਥਾਲੀ ਫੜ ਕੇ ਸ਼ਿੰਗਾਰ ਟੇਬਲ ਉੱਪਰ ਰੱਖਣ ਦੀ ਢਿੱਲ ਸੀ ਕਿ ਉਹ ਧੜਮ ਕਰਕੇ ਹੇਠਾਂ ਡਿੱਗ ਪਈ। ਕਹਾਣੀਕਾਰ ਨੇ ਮੁਰਲੀ ਸੁੱਟ ਕੇ ਉਸਨੂੰ ਸਾਂਭਿਆ। ਉਸ ਵਿੱਚ ਪਤਾ ਨਹੀਂ ਕਿੱਥੋਂ ਇੰਨਾ ਬਲ ਆ ਗਿਆ। ਉਹ ਆਪਣੇ ਆਪ ਨੂੰ ਇੱਕ ਪੂਰਾ ਆਦਮੀ ਸਮਝ ਰਿਹਾ ਸੀ। ਉਸਨੇ ਆਪਣੀ ਧੋਤੀ ਦੇ ਪੱਲੇ ਨਾਲ ਪੱਖਾ ਕਰਕੇ ਉਸਨੂੰ ਹੋਸ਼ ਵਿੱਚ ਲਿਆਂਦਾ। ਉਸਨੇ ਉੱਠ ਕੇ ਕਹਾਣੀਕਾਰ ਦੀ ਗਲ ਚੁੰਮੀ। ਕਹਾਣੀਕਾਰ ਦੇ ਸਰੀਰ ਵਿੱਚ ਕੰਬਣੀਆਂ ਛਿੜ ਗਈਆਂ। ਉਸਨੇ ਨਿੰਮ ਬੇਹੋਸ਼ੀ ਦੀ ਹਾਲਤ ਵਿੱਚ ਰਾਧਾ ਨੂੰ ਗੜਵਕੜੀ ਪਾ ਲਈ। ਉਹ ਉਸਦੀਆਂ ਬਾਹਾਂ ਵਿੱਚ ਨਿੱਸਲ ਸੀ। ਕਹਾਣੀਕਾਰ ਨੇ ਉਸਦੀਆਂ ਗੱਲਾਂ, ਬੁੱਲ੍ਹਾਂ, ਅੱਖਾਂ ਤੇ ਵਾਲਾਂ ਨੂੰ ਚੁੰਮਿਆ। ਕੁਝ ਚਿਰ ਮਗਰੋਂ ਉਸਨੇ ਅੱਖਾਂ ਖੋਲ੍ਹ ਕੇ ਬੰਦ ਕਰ ਲਈਆਂ। ਅਚਾਨਕ ਬੂਹਾ ਖੜਕਣ ਦੀ ਆਵਾਜ਼ ਨਾਲ ਉਹ ਉੱਠੇ, ਪਰ ਕੋਈ ਨਹੀਂ ਸੀ। ਉਸਨੂੰ ਫੇਰ ਪਹਿਲਾਂ ਕ੍ਰਿਸ਼ਨ ਬਣਾਇਆ ਗਿਆ। ਕਾਫੀ ਦੇਰ ਹੋਣ 'ਤੇ ਕਹਾਣੀਕਾਰ ਘਰ ਪੁੱਜਾ। ਹੁਣ ਕਹਾਣੀਕਾਰ ਹਰ ਰੋਜ਼ ਰਾਧਾ ਦੇ ਘਰ ਜਾਣ ਲੱਗਾ। ਉਸਦੇ ਭੁੱਖ ਘਟਣ ਕਰਕੇ ਉਸਦੇ ਘਰਦਿਆਂ ਨੂੰ ਫਿਕਰ ਲੱਗ ਗਿਆ। ਡਾਕਟਰ ਨੇ ਉਸਦੀ ਸਿਹਤ ਠੀਕ ਦੱਸੀ। ਉਸਦੇ ਸਕੂਲ ਦੀ ਰਿਪੋਰਟ ਵੀ ਚੰਗੀ ਸੀ। ਉਸਦੇ ਰਾਤ ਦੀ ਰੋਟੀ ਨਾ ਖਾਣ ਕਰਕੇ ਉਸਦੀ ਚਾਈ ਖੁਫੀਆ ਪੁਲਿਸ ਵਾਂਗ ਉਸਦੇ ਮਗਰ ਲੱਗ ਗਈ। ਇੱਕ ਦਿਨ ਉਹਨਾਂ ਉਸਨੂੰ ਰਾਧਾ ਦੇ ਘਰ ਵੜਦਿਆਂ ਦੇਖ ਲਿਆ। ਪਤਾ ਨਹੀਂ ਉਹ ਕਿੰਨਾ ਚਿਰ ਬੂਹੇ ਨਾਲ ਕੰਨ ਲਾ ਕੇ ਸੁਣਦੇ ਰਹੇ ਹੋਣਗੇ। ਨਾਚ ਮੁੱਕਣ ਉੱਤੇ ਉਹਨਾਂ ਨੇ ਤੇਜ਼ ਆਵਾਜ਼ਾਂ ਦਿੱਤੀਆਂ। ਰਾਧਾ ਨੇ ਬੜੀ ਤੇਜ਼ੀ ਨਾਲ ਕਹਾਣੀਕਾਰ ਦੇ ਕੱਪੜੇ ਲਾ ਕੇ ਪਹਿਲੇ ਕੱਪੜੇ ਪਵਾ ਦਿੱਤੇ ਤੇ ਮੂੰਹ ਧੁਆ ਕੇ ਅੰਦਰ ਲੁਕੋ ਦਿੱਤਾ। ਫਿਰ ਉਸਨੇ ਬੂਹਾ ਖੋਲ੍ਹਿਆ ਤੇ ਚਾਈ ਦੇ ਪੁੱਛਣ ਉੱਤੇ ਉਸਨੇ ਕਿਹਾ ਕਿ ਉਹ ਦੇਖਦੀ ਹੈ ਕਿ ਕ੍ਰਿਸ਼ਨ ਇੱਥੇ ਹੈ ਜਾਂ ਨਹੀਂ। ਕਈ ਵਾਰ ਉਸਦੇ ਸੁੱਤਿਆਂ ਸੁੱਤਿਆਂ ਅੰਦਰ ਦਾ ਬੂਹਾ ਅੜਾ ਕੇ ਇਕੱਲਾ ਖੇਡਦਾ ਰਹਿੰਦਾ ਹੈ। ਅੰਦਰ ਜਾ ਕੇ ਉਸਨੇ ਕਹਾਣੀਕਾਰ ਨੂੰ ਬਾਹੋਂ ਫੜ ਲਿਆ। ਉਸਨੂੰ ਡਰ ਨਾਲ ਕੰਬਦਿਆਂ ਦੇਖ ਕੇ ਉਹ ਕਹਿਣ ਲੱਗੀ, ਡਰੋ ਨਾ ਮੇਰੇ ਕ੍ਰਿਸ਼ਨ, ਅਸੀਂ ਚੋਰੀ ਨਹੀਂ ਕੀਤੀ, ਪਾਪ ਨਹੀਂ ਕੀਤਾ। ਕਹਾਣੀਕਾਰ ਉਸ ਨਾਲ ਤ੍ਰਿਕਦਾ ਬਾਹਰ ਆ ਗਿਆ ਤੇ ਰਾਧਾ ਨੇ ਉਸਦੀ ਬਾਂਹ ਚਾਈ ਨੂੰ ਫੜਾਉਂਦਿਆਂ ਕਿਹਾ, ਆ ਲਓ ਫੜੋ ਆਪਣਾ ਮੱਖਣ ਚੋਰ। ਅੰਦਰ ਕਮਰੇ ਵਿੱਚ ਲੁਕਿਆ ਹੋਇਆ ਸੀ। ਚਾਈ ਨੇ ਅੰਦਰ ਵੜ ਕੇ ਖਿਲ ਰਹੀਆਂ ਚੀਜ਼ਾਂ ਤੇ ਜਗਦੀਆਂ ਜੋਤਾਂ ਦਾ ਨਜ਼ਾਰਾ ਦੇਖਿਆ ਤੇ ਉਹ ਸ਼ੱਕ ਭਰੀ ਨਜ਼ਰ ਰਾਧਾ ਤੇ ਸੁੱਟ ਕੇ ਬੜੀ ਨਫ਼ਰਤ ਤੇ ਆਕੜ ਨਾਲ ਮੁੜ ਆਈ। ਉਸਨੇ ਕਹਾਣੀਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰਾਧਾ ਉਸਨੂੰ ਛਡਾਉਣ ਲਈ 2 ਵਾਰੀ ਬਾਹਰ ਨਿਕਲੀ, ਪਰ ਫਿਰ ਮੁੜ ਗਈ। ਕਹਾਣੀਕਾਰ ਦੀ ਗੱਲ ਉੱਪਰ ਚਪੇੜ ਦੇ ਪੈਣ ਨਾਲ ਉਹ ਇਕੱਠੀ ਹੋਈ ਜਾਂਦੀ ਸੀ। ਚਾਈ ਜੀ ਨੇ ਕਹਾਣੀਕਾਰ ਨੂੰ ਕਮਰੇ ਵਿੱਚ ਢੱਕ ਦਿੱਤਾ ਤੇ ਉਸਦੇ ਪਿਤਾ ਨੂੰ ਉਡੀਕਣ ਲੱਗੀ। ਕਹਾਣੀਕਾਰ ਜਾਣ ਕੇ ਘੁਰਾਰੇ ਮਾਰਨ ਲੱਗਾ। ਚਾਈ ਜੀ ਨੇ ਪਿਤਾ ਜੀ ਨੂੰ ਰੋਟੀ ਖਵਾਈ ਤੇ ਜਦੋਂ ਪਲੰਗ ਉੱਪਰ ਜਾ ਲੇਟੇ ਤਾਂ ਉਸਨੇ ਉਹਨਾਂ ਨਾਲ ਸਾਰੀ ਗੱਲ ਕੀਤੀ। ਪਿਤਾ ਜੀ ਨੇ ਪਹਿਲਾਂ ਤਾਂ ਉਸਦੀ ਗੱਲ ਉੱਪਰ ਬਹੁਤਾ ਯਕੀਨ ਨਾ ਕੀਤਾ, ਪਰ ਫਿਰ ਉਹ ਉਸ 'ਤੇ ਜ਼ੋਰ ਦੇਣ ਉੱਪਰ ਕਹਿਣ ਲੱਗੇ ਕਿ ਸਵੇਰੇ ਉਹ ਬੁੱਢੇ ਨੂੰ ਮਿਲਣਗੇ। ਤੀਜੇ ਦਿਨ ਜਦੋਂ ਕਹਾਣੀਕਾਰ ਸਕੂਲੋਂ ਆਉਂਦਾ ਰਾਧਾ ਦੇ ਘਰ ਗਿਆ ਤਾਂ ਬੂਹਾ ਖੁੱਲ੍ਹਾ ਪਿਆ ਸੀ, ਪਰ ਅੰਦਰ ਕੋਈ ਸਮਾਨ ਨਹੀਂ ਸੀ। ਕਮਰੇ ਵਿੱਚ ਕੋਈ ਨਹੀਂ ਸੀ। ਕਹਾਣੀਕਾਰ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸਦਾ ਕੋਈ ਅੰਗ ਕੱਟ ਦਿੱਤਾ ਹੋਵੇ। ਉਹ ਕਮਰੇ ਦੀ ਕਨੁੱਕਰ ਵਿੱਚ ਧੱਸ ਗਿਆ ਤੇ ਰੋਣ ਲੱਗ ਪਿਆ। ਅਚਾਨਕ ਉਸਦੀ ਚਾਈ ਨੇ ਉਸਦੀ ਬਾਂਹ ਆ ਫੜੀ ਤੇ ਧੂੰਦੀ ਹੋਈ ਘਰ ਲਿਜਾ ਰਹੀ ਸੀ।